ਜਸਬੀਰ ਮੰਡ ਦਾ ਨਾਵਲ 84 ਲੱਖ ਯਾਦਾਂ ਦਾ 5ਵਾਂ ਕਾਂਡ। ਧਰਤੀ ਉੱਪਰਲੇ ਅਸਮਤਲ ਅੰਦਰ ਪੱਧਰੇ ਤਲਾਂ ਦੇ ਧੀਰਜ ਵਾਂਗ ਹਨੇਰੇ ਨੇ ਹੁਣ ਉਹਨੂੰ ਉੱਪਰੋਂ ਵੀ ਇਕਸਾਰ ਕਰ ਦਿੱਤਾ ਸੀ। ਰਾਤਾਂ ਨੂੰ ਤੁਰਨ ਲਈ ਅਜਿਹੇ ਰਾਹਾਂ ਉੱਤੇ ਕਦਮਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਪੈਂਦਾ। ਹੁਣ ਅਸੀਂ ਘਾੜ ਦਾ ਵਿਚਕਾਰਲਾ ਹਿੱਸਾ ਛੱਡ ਰਹੇ ਸਾਂ। ਉੱਥੇ ਉਚਾਣ ਨਿਵਾਣ ਲੱਕ ਤੋਂ ਥੱਲੇ ਚਲੀ ਜਾਂਦੀ ਹੈ। ਇੱਥੇ ਸਿਰ ਪੂਰੀ ਤਰ੍ਹਾਂ ਅਸੁਰੱਖਿਅਤ ਹੋ ਜਾਂਦਾ ਹੈ। ਅੱਜ ਕੱਲ੍ਹ ਇਹ ਪਿੰਡਾ ਧਰਤੀ ਨਾਲ ਆਪਣੇ ਆਪ ਨੂੰ ਮਿਣਦਾ ਰਹਿੰਦਾ ਹੈ। ਸਾਹਮਣਿਓਂ ਮੈਨੂੰ ਧਰਤੀ ਤੁਰੀ ਆਉਂਦੀ ਦਿਸਦੀ ਹੈ, ਬਾਰ-ਬਾਰ ਇਸ਼ਾਰੇ ਕਰਦੀ, ਇੱਥੋਂ ਲੰਘਣਾ ਦੱਸਦੀ ਵੀ ਰਹਿੰਦੀ ਹੈ। ਮੈਂ ਮਿੱਟੀ ਦੀਆਂ ਓਟਾਂ ਕਦੇ ਵੀ ਇੰਨੀਆਂ ਸਹਾਈ ਨਹੀਂ ਵੇਖੀਆਂ। ਹੁਣੇ ਕੁਛ ਦੇਰ ਪਹਿਲਾਂ ਜਦੋਂ ਅਸੀਂ ਘਰੋਂ ਨਿਕਲਣ ਦੀ ਤਿਆਰੀ ਕਰ ਰਹੇ ਸਾਂ ਤਾਂ ਅਚਾਨਕ ਗੋਲੀਆਂ ਤੇ ਧਮਾਕਿਆਂ ਨਾਲ ਚੁਫੇਰਾ ਗੂੰਜ ਉੱਠਿਆ ਸੀ। ਗਲੀ 'ਚ ਦਗੜ-ਦਗੜ ਸੁਣੀ, ਫਿਰ ਇਹ ਆਵਾਜ਼ਾਂ ਥੋੜ੍ਹੀ ਦੂਰ ਜਾ ਕੇ ਸੁਣੀਆਂ, ਜਿਵੇਂ ਦੂਜੇ ਪਿੰਡ ਦੇ ਕੁੱਤੇ ਦੂਰੀ 'ਤੇ ਭੌਂਕਦੇ ਸੁਣਦੇ ਨੇ। ਮੈਂ ਕੋਠੇ 'ਤੇ ਚੜ੍ਹ ਕੇ ਪੋਜੀਸ਼ਨ ਲੈ ਲਈ ਸੀ। ਕੁਝ ਦੇਰ ਬਾਅਦ ਸਮਝ ਆਈ ਕਿ ਘੇਰਾ ਸਾਡੇ ਲਈ ਨਹੀਂ ਸੀ। ਹਨੇਰੇ 'ਚ ਦੂਰ ਤੱਕ ਘਾੜ ਦੀ ਮਿੱਟੀ ਦੀ ਉੱਭਰੀ ਹੋਈ ਛਾਤੀ ਦਿਸੀ, ਜੋ ਮੇਰੀ ਰੱਖਿਆ ਲਈ ਸਾਹਮਣੇ ਖੜ੍ਹੀ ਸੀ। ਮੈਂ ਉੱਪਰੋਂ ਭੈਣ ਨੂੰ ਇਸ਼ਾਰਾ ਕੀਤਾ। ਇੱਕ ਵਾਰ ਵਿਹੜੇ 'ਚ ਬੀਬੀ ਦੀ ਝਲਕ ਦਿਸੀ। ਕੋਠਿਆਂ ਉੱਪਰੋਂ ਲੰਘਦੇ ਅਸੀਂ ਨਿਆਈ ਨਾਲ ਲੱਗਦੇ ਘੋਲੇ ਹੋਰਾਂ ਦੀ ਨੀਵੀਂ ਕੰਧ ਉੱਪਰੋਂ ਇੱਕ 'ਚ ਛਾਲ ਮਾਰੀ। ਅੱਗੇ ਗਰਜੇ ਹੋਰਾਂ ਦੇ ਖੇਤ ਦੀ ਉੱਚੀ ਵੱਟ ਦਾ ਸਹਾਰਾ ਲੈ ਕੇ ਢਾਣ ਵਾਲੀ ਝਿੜੀ 'ਚ ਜਾ ਪਹੁੰਚੇ। ਹੁਣ ਗੋਲੀਆਂ ਦੀ ਆਵਾਜ਼ ਸਾਡੀ ਪਿੱਠ ਪਿੱਛੋਂ ਆ ਰਹੀ ਸੀ। ਮੂੰਹ ਹਨੇਰੇ ਨੇ ਆਪਣੀ ਪਹਿਲੀ ਝਲਕ ਨਾਲ ਹੀ ਦੱਸ ਦਿੱਤਾ ਸੀ ਕਿ ਸਿਰਫ 10 ਮਿੰਟ ਬਾਅਦ ਮੈਂ ਤੁਹਾਨੂੰ ਦਿਸਣ ਲਾ ਦੇਣਾ ਹੈ। ਹੁਣ ਅਸੀਂ ਕਕੌਟ ਵਾਲੀ ਚੋਈ 'ਚ ਜਾ ਵੜੇ ਸਾਂ, ਜੋ ਅੱਗੇ ਜਾ ਕੇ ਬੜੀ ਵਾਲੀ ਨਦੀ 'ਚ ਜਾ ਨਿਕਲਣੀ ਸੀ। ਇਸ ਦੌਰਾਨ ਭੈਣ ਪੂਰੇ ਹੌਸਲੇ 'ਚ ਮੇਰੇ ਨਾਲ ਭੱਜਦੀ ਰਹੀ। ਹੁਣ ਜਦੋਂ ਅਸੀਂ ਖਤਰੇ ਤੋਂ ਪੂਰੀ ਤਰ੍ਹਾਂ ਬਾਹਰ ਆ ਗਏ ਸਾਂ ਤਾਂ ਆਪੋ ਆਪਣੇ ਹਥਿਆਰ ਦੁਬਾਰਾ ਬੁੱਕਲਾਂ 'ਚ ਲੈ ਕੇ ਤੁਰਨ ਲੱਗੇ। ਬਲਵੰਤ ਭੈਣ ਦੇ ਕਈ ਜਗ੍ਹਾ ਰਗੜਾਂ ਵੱਜੀਆਂ ਸੀ। ਮੇਰੇ ਵੀ ਹਲਕੀ ਜਿਹੀ ਗਿੱਟੇ 'ਤੇ ਮੋਚ ਆ ਗਈ ਸੀ। ਇਹ ਉਦੋਂ ਤੱਕ ਹੀ ਯਾਦ ਰਹੇਗੀ ਜਦ ਤੱਕ ਮੈਂ ਆਪਣੀ ਮਰਜ਼ੀ ਨਾਲ ਤੁਰਾਂਗਾ। ਪਰ ਭੈਣ ਦੀ ਪੁੜਪੁੜੀ ਕੋਲੋਂ ਖੂਨ ਚੋ ਕੇ ਦੋਵੇਂ ਗੱਲਾਂ ਉੱਪਰ ਆ ਕੇ ਸੁੱਕ ਗਿਆ ਸੀ। ਹਾਲੇ ਮੈਂ ਥੋੜ੍ਹਾ ਹੋਰ ਤੁਰਨਾ ਚਾਹੁੰਦਾ ਸਾਂ। ਕਈ ਵਾਰੀ ਕੁੱਤਾ ਪਿੱਛੇ ਕਰਦੇ ਬਹੁਤ ਛੇਤੀ ਦਿਸ਼ਾ ਦੀ ਸੂਹ ਦੇ ਦਿੰਦੇ ਨੇ। ਕਦੇ-ਕਦੇ ਗੋਲੀ ਚੱਲਣ ਦੀ ਆਵਾਜ਼ ਹੁਣ ਵੀ ਆ ਰਹੀ ਸੀ, ਪਰ ਇਹ ਅਸਾਲਟ ਦਾ ਫਾਇਰ ਨਹੀਂ ਸੀ। ਇਵੇਂ ਸੀ ਜਿਵੇਂ ਥਾਣੇ ਦਾ ਕੋਈ ਮੁਨਸ਼ੀ ਬਿਨਾਂ ਟਾਰਗੇਟ ਤੋਂ ਫਾਇਰ ਕਰੀ ਜਾ ਰਿਹਾ ਹੋਵੇ। ਮੇਰੇ ਕੋਲ ਗੋਲੀਆਂ ਨੂੰ ਸੁਣਨ ਦੇ ਅਨੇਕਾਂ ਅਨੁਭਵ ਸਨ। ਇਹਨਾਂ 'ਚ ਜਵਾਬੀ ਫਾਇਰ ਵੇਲੇ ਲੱਗ ਗਏ ਫਾਇਰ ਦੀ ਬਦਲਵੀਂ ਆਵਾਜ਼ ਵੀ ਮੇਰੇ ਕੰਨਾਂ ਨੇ ਸਾਂਭ ਰੱਖੀ ਸੀ। ਅਜਿਹੇ ਵੇਲੇ ਮੈਨੂੰ ਸੂਰਜ ਦੀ ਪਹਿਲੀ ਚਿਲਕੋਰ ਦਿਸੀ। ਸਾਰੀ ਰਾਤ ਹਨੇਰਾ ਪਰਛਾਵਿਆਂ ਨਾਲ ਦੇਹਧਾਰੀ ਹੋ ਕੇ ਸਾਡੇ ਨਾਲ ਤੁਰਦਾ ਰਿਹਾ। ਚੁਫੇਰੇ ਫੈਲੇ ਹਨੇਰੇ ਨੂੰ ਬਾਰ-ਬਾਰ ਘੁਮੰਡ ਨਾਲ ਆਪਣੇ ਆਕਾਰ ਬਦਲ ਕੇ ਵਿਖਾਉਂਦੇ ਰਹੇ। ਚੰਗਾ ਹੋਣਾ ਹਨੇਰੇ 'ਚ ਕਿੰਨਾ ਔਖਾ ਹੈ। ਅਜਿਹਾ ਉਹ ਹਨੇਰੇ ਨਾਲ ਰਹਿ ਕੇ ਵਿਖਾ ਸਕਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਵਿਖਾਉਂਦਾ, ਹਨੇਰਾ ਹੀ ਗਾਇਬ ਹੋ ਗਿਆ। ਹੁਣ ਸਿਰਫ ਚਾਨਣ ਸੀ ਤੇ ਪਰਛਾਵਿਆਂ ਦੀ ਜਗ੍ਹਾ ਅਸਲ ਆਕਾਰ ਦਿਸ ਰਹੇ ਸਨ। ਭੈਣ ਦੇ ਸਿਰ ਦੀ ਸੱਟ ਮੈਨੂੰ ਚੰਗੀ ਤਰ੍ਹਾਂ ਦਿਸਣ ਲੱਗੀ। ਉਹਦੇ ਸਿਰ 'ਚ ਕੋਈ ਤਿੱਖੀ ਕੰਕਰ ਵੱਜੀ ਸੀ ਜਦੋਂ ਉਹਨੇ ਕੋਠੇ ਤੋਂ ਛਾਲ ਮਾਰੀ ਸੀ। ਭੈਣ ਨੇ ਇੱਕ ਵਾਰ ਜ਼ਖਮ 'ਤੇ ਹੱਥ ਫੇਰਿਆ। ਜਦੋਂ ਖੂਨ ਲੱਗਿਆ ਉਹਨੇ ਗੱਲ ਸ਼ੁਰੂ ਕਰ ਲਈ। ਅੱਜ ਕੱਲ੍ਹ ਮਾਵਾਂ ਦਾਦੀਆਂ ਦੇ ਚਿਹਰੇ ਹਕੀਮਾਂ ਵਰਗੇ ਪਤਾ ਨਹੀਂ ਕਿਉਂ ਹੋ ਗਏ। ਅਸੀਂ ਇੱਕ ਉਜੜੇ ਹਲਟ ਉੱਤੇ ਜਾ ਬੈਠੇ ਸੀ। ਇਹ ਥਾਵਾਂ ਹੁਣ ਉਜਾੜ ਬਣ ਗਈਆਂ ਸਨ। ਹਲਟ 'ਚ ਭਰਾਈ ਮੋਟਰ ਨੇ ਖੂਹ ਵੀ ਸੁਕਾ ਦਿੱਤਾ ਸੀ। ਉਤੋਂ ਥੋੜ੍ਹੀ ਦੂਰ ਜਾ ਕੇ ਇੱਕ ਸਮਰਸੀਬਲ ਬੋਰ ਕਰ ਦਿੱਤਾ ਗਿਆ ਸੀ। ਇੱਧਰ ਹਲਟ ਵਾਲੀ ਥਾਂ ਇਸ ਤਰ੍ਹਾਂ ਅਲੱਗ ਕਰਤੀ ਗਈ ਸੀ ਜਿਵੇਂ ਸ਼ਰੀਕਾਂ ਨਾਲ ਲੜ ਕੇ ਮੂੰਹ ਮੋੜਿਆ ਹੋਵੇ। ਮੈਂ ਸਭ ਕੁਝ ਇਸ ਲਈ ਸੋਚ ਰਿਹਾ ਸਾਂ ਕਿ ਮੇਰੀਆਂ ਨਜ਼ਰਾਂ ਇਸ ਤਰ੍ਹਾਂ ਦੀ ਟੁੱਟ ਭੱਜ ਨੂੰ ਵੇਖ ਕੇ ਥੋੜ੍ਹੀ ਦੇਰ ਲਈ ਰੁੱਝ ਜਾਂਦੀਆਂ ਨੇ, ਜਿਵੇਂ ਕੁਝ ਅਜਿਹਾ ਦਿਸ ਰਿਹਾ ਹੋਵੇ ਜਿਹਨੂੰ ਵੇਖ ਕੇ ਅਚਾਨਕ ਕੋਈ ਖਤਰੇ ਵਾਲੀ ਭਾਸ਼ਾ ਨੂੰ ਯਾਦ ਕਰਨ 'ਚ ਦੇਰ ਨਹੀਂ ਲੱਗੇਗੀ। ਪਰ ਮੈਨੂੰ ਤਾਂ ਵਿਛੋੜਾ ਅਟਪਟਾ ਲੱਗ ਰਿਹਾ ਸੀ। ਨਜ਼ਰਾਂ ਲੋੜ ਤੋਂ ਜ਼ਿਆਦਾ ਇੱਕ ਜਗ੍ਹਾ ਟਿਕੀਆਂ ਰਹੀਆਂ। ਖਿੰਡੀ ਹੋਈ ਮਾਲ ਦੇ ਟੁਕੜਿਆਂ ਉੱਪਰ ਘੁੰਮਦੀ ਫਿਰਦੀ ਮੇਰੀ ਨਜ਼ਰ ਉਸ ਵੇਲੇ ਘੁੰਮੀ ਜਦੋਂ ਭੈਣ ਦੀ ਆਵਾਜ਼ ਦੁਬਾਰਾ ਸੁਣੀ। ਬੀਬੀ ਨੂੰ ਸੁਨੇਹਾ ਜ਼ਰੂਰ ਪੁਜਾ ਦੀ ਵੀ ਅਸੀਂ ਠੀਕ-ਠਾਕ ਨਿਕਲ ਗਏ। ਮੈਂ ਭੈਣ ਵੱਲ ਤੱਕਿਆ। ਉਹ ਗੱਲਾਂ ਉੱਪਰ ਜੰਮੇ ਖੂਨ ਦੇ ਖਲੇਪੜ ਉਤਾਰ ਰਹੀ ਸੀ। ਭੈਣ ਨੂੰ ਇਸ ਤਰ੍ਹਾਂ ਵੇਖ ਕੇ ਲੰਘੀ ਰਾਤ ਦੀਆਂ ਕਈਆਂ ਗੱਲਾਂ ਯਾਦ ਆਈਆਂ। ਮੈਂ ਸਿਰ ਵਾਹ ਲਵਾਂ ਬੀਬੀ? ਉਹਨੇ ਬੀਬੀ ਕੋਲੋਂ ਹੌਲੀ ਜਿਹੀ ਕਿਉਂ ਪੁੱਛਿਆ ਸੀ, ਮੈਨੂੰ ਸਮਝ ਨਹੀਂ ਸੀ ਆਇਆ। ਅੱਧੀ ਰਾਤ ਨੂੰ ਤੁਰਦਿਆਂ ਅਸਮਾਨ ਵੱਲ ਉਂਗਲ ਕਰਕੇ ਹੱਸੀ ਸੀ। ਅਮਰਪਾਲ ਦੇਖ, ਸਭ ਤਾਰਿਆਂ ਕੋਲ ਤਾਰੀਆਂ ਬੈਠੀਆਂ। ਗੌਰ ਨਾਲ ਦੇਖ, ਸਭ ਕੋਲ ਜਗ੍ਹਾ ਹੈ। ਮੈਂ ਦੇਰ ਤੱਕ ਅਸਮਾਨ ਵੱਲ ਤੱਕਦਾ ਰਿਹਾ। ਸਿਰਫ ਦਿਸਣਾ ਨਜ਼ਰਾਂ ਲਈ ਕਿੰਨਾ ਮੁਲਾਇਮ ਹੁੰਦਾ ਹੈ। ਸ਼ੁਰੂ 'ਚ ਨਜ਼ਰਾਂ ਨੇ ਮੈਨੂੰ ਬਥੇਰਾ ਸਮਝਾਇਆ ਸੀ ਕਿ ਝਾਕਣੀਆਂ 'ਚ ਉਲਝਣਾ ਨਹੀਂ ਹੁੰਦਾ, ਲੰਘ ਜਾਣਾ ਹੁੰਦਾ ਹੈ। ਪਰ ਮੈਂ ਉਹਨਾਂ ਦੀ ਇੱਕ ਨਹੀਂ ਸੀ ਸੁਣੀ।
ਇਸ ਵਾਰ ਬਲਵੰਤ ਭੈਣ ਦੀ ਫਿਰ ਆਵਾਜ਼ ਸੁਣੀ। ਹੁਣ ਉਹ ਖੂਹ ਦੀ ਬੌਣ 'ਤੇ ਜਾ ਬੈਠੀ ਸੀ। ਦੇਖ ਸੁੱਕਾ ਖੂਹ, ਉਹ ਅੱਖਾਂ ਭਰ ਆਈ। ਇਹ ਆਪ ਥੋੜ੍ਹੀ ਸੁੱਕਿਆ ਵੀਰ, ਉਹਨੇ ਮੋਟਰ ਵੱਲ ਇਸ਼ਾਰਾ ਕੀਤਾ। ਸਭ ਕਹੂੰਗੇ ਖੂਹ ਸੁੱਕ ਗਿਆ। ਭੈਣ ਤੂੰ ਪਾਣੀ ਪੀਣਾ? ਮੈਂ ਗੱਲ ਬਦਲਣੀ ਚਾਹੁੰਦਾ ਸਾਂ। ਉਂਝ ਵੀ ਰੋਂਦੀ ਭੈਣ ਵੇਖ ਕੇ ਜਾਪਦਾ ਮਾਂ ਰੋ ਰਹੀ ਹੈ, ਅਤੇ ਜਦੋਂ ਮੈਂ ਚਬੱਚੇ 'ਚੋਂ ਪਾਣੀ ਦਾ ਡੱਬਾ ਭਰ ਕੇ ਮੁੜਿਆ ਤਾਂ ਉਹਦੀ ਪਿੱਠ ਪਿੱਛੇ ਖੜ੍ਹੇ ਤੂਤਾਂ ਉੱਪਰ ਲਟਕਦੀਆਂ ਚਮਗਿੱਦੜਾਂ ਹੱਸੀਆਂ। ਇਹ ਹਲਟ ਤੋਂ ਪਹਿਲਾਂ ਖੂਹ ਰਿਹਾ ਹੋਏਗਾ, ਕਿਉਂਕਿ ਮਾਣ ਉੱਪਰ ਜਰ ਖਾਧੀ ਭੌਣੀ ਹਾਲੇ ਵੀ ਲਟਕ ਰਹੀ ਸੀ। ਪਾਣੀ ਪੀ ਕੇ ਭੈਣ ਨੇ ਮੇਰੇ ਵੱਲ ਵੇਖਿਆ। ਦੋ ਮਾਵਾਂ ਨੂੰ ਮਿਲ ਕੇ ਬਣਿਆ ਰੱਬ ਸਾਂਭਿਆ ਨਹੀਂ ਗਿਆ। ਭੈਣ ਨੇ ਹੰਝੂ ਪੋਚੇ ਅਤੇ ਤੁਰਨ ਲਈ ਹੌਸਲਾ ਬਣਾਇਆ। ਅਸਲ 'ਚ ਅਸੀਂ ਰੁਕੇ ਇਸ ਕਰਕੇ ਸੀ, ਦੂਰ ਸੜਕ ਉੱਤੇ ਇੱਕ ਪੁਲਿਸ ਦਾ ਟਰੱਕ ਖੜ੍ਹਾ ਦਿਸ ਰਿਹਾ ਸੀ। ਅਜਿਹਾ ਸਾਡਾ ਸ਼ੱਕ ਸੀ ਜੋ ਦੂਰ ਨਹੀਂ ਸੀ ਹੋ ਰਿਹਾ, ਅਤੇ ਜਦੋਂ ਮੋਟਰ ਚੱਲੀ ਤਾਂ ਸਾਨੂੰ ਪਤਾ ਲੱਗਿਆ ਕਿ ਕੋਈ ਆਇਆ ਹੋਏਗਾ। ਜਦੋਂ ਬੰਦਾ ਬਾਹਰ ਨਿਕਲਿਆ ਤਾਂ ਮੈਂ ਬੁੱਕਲ 'ਚੋਂ AK ਬਾਹਰ ਕੱਢੀ। ਮੈਂ ਉਹਨੂੰ ਪਾਸਾ ਨਹੀਂ ਵੱਟਣ ਦਿੱਤਾ। ਅੱਗੇ ਪੁਲਿਸ ਖੜ੍ਹੀ ਹੈ? ਨਹੀਂ ਜੀ, ਨਹੀਂ ਜੀ। ਫਿਰ ਰੁਕਦੇ ਉਹਨੇ ਅਧੂਰੇ ਵਾਕ ਦੀ ਗਲਤੀ ਮੰਨੀ। ਲੰਘ ਜਾਓ ਖਾਲਸਾ ਜੀ, ਟਰੱਕ ਆ ਇੱਟਾਂ ਦਾ ਭਰਿਆ। ਉਹ ਖੜ੍ਹ ਗਿਆ ਸੀ ਤਾਂ ਜੋ ਬਿਨਾਂ ਪੁੱਛੇ ਜਾਣ ਦੀ ਦੂਜੀ ਬਦਤਮੀਜ਼ੀ ਨਾ ਹੋ ਜਾਏ। ਮੈਂ ਉਹਦੇ ਪਹਿਰਾਵੇ ਥੱਲੇ ਹਰ ਖਤਰੇ ਵੱਲ ਨਜ਼ਰ ਮਾਰੀ। ਲੋਕ ਬੋਲਣ ਲੱਗੇ, ਝੁਕਣ ਲੱਗ ਪਏ ਸਨ। ਉਹਨਾਂ ਦੀ ਆਵਾਜ਼ ਨਾਭੀ ਕੋਲ ਆ ਕੇ ਫਸਣ ਲੱਗ ਪਈ ਸੀ। ਜਦ ਤੱਕ ਅਸੀਂ ਪਿੰਡ ਪਾਰ ਨਹੀਂ ਕਰਦੇ ਤੂੰ ਕਿਤੇ ਨਹੀਂ ਜਾਣਾ। ਠੀਕ ਹੈ ਜੀ, ਮੰਨ ਲਿਆ। ਹਾਂ, ਕਿਸੇ ਨੂੰ ਕੁਛ ਦੱਸਣਾ ਵੀ ਨਹੀਂ। ਠੀਕ ਹੈ ਖਾਲਸਾ ਜੀ। ਮੈਂ ਥੋੜ੍ਹੀ ਦੇਰ AK ਮੋਢੇ 'ਤੇ ਟਿਕਾ ਰੱਖੀ ਤਾਂ ਜੋ ਉਹ ਚੇਤਾਵਨੀ ਦੇ ਨਤੀਜੇ ਯਾਦ ਰੱਖੇ। ਤੁਰਨ ਤੋਂ ਪਹਿਲਾਂ ਭੈਣ ਨਾਲ ਮੇਰੀਆਂ ਨਜ਼ਰਾਂ ਮਿਲੀਆਂ। ਮੇਰੇ ਅੰਦਰ ਇੱਕ ਵਫਾਦਾਰ ਆਵਾਜ਼ ਹੈ ਜੋ ਜੋਖਮਾਂ ਦਾ ਅੰਤ ਮੌਤ ਰਾਹੀਂ ਨਹੀਂ ਵੇਖਦੀ। ਜਦੋਂ ਕਦੇ ਬਿਨਾਂ ਬੋਲੇ ਨਜ਼ਰਾਂ ਰਾਹੀਂ ਕੋਈ ਅਜਿਹਾ ਸੁਨੇਹਾ ਦੇਣ ਲਈ ਮੈਂ ਉਹਨਾਂ ਉੱਤੇ ਭਰੋਸਾ ਕਰ ਲੈਂਦਾ, ਅਜਿਹੇ ਵੇਲੇ ਅੱਖਾਂ ਬਹੁਤ ਸਾਹਸੀ ਹੋ ਜਾਂਦੀਆਂ ਨੇ। ਜਿੰਨਾ ਪੱਕਾ ਪਿੰਡ ਦਿਸਦਾ ਹੈ, ਓਨੇ ਘੱਟ ਬਲਦ ਦਿਸਦੇ, ਓਨੀ ਘੱਟ ਪਿੰਡ ਵਿੱਚ ਘਰ ਵਸਣ ਦੀ ਇੱਛਾ ਦਿਸਦੀ। ਇਸੇ ਕਰਕੇ ਅਜਿਹੇ ਪਿੰਡ ਦੀ ਬਣਤਰ ਨੇੜੇ ਆ ਕੇ ਅੰਦਰੋਂ ਕਦੇ ਇਕਜੁੱਟ ਨਹੀਂ ਦਿਸਦੀ, ਸਗੋਂ ਪਿੰਡ ਦੇ ਆਲੇ ਦੁਆਲੇ ਇੱਕ ਬੇਤਰਤੀਬਾ ਜਿਹਾ ਖੰਡਰ ਦਿਸਦਾ। ਦੂਰੋਂ ਤਾਂ ਇਹ ਵੱਡੇ ਵੱਡੇ ਬਗਲਾਂ ਵਾਲੇ ਘਰ ਦਿਸਦੇ, ਜਿਨ੍ਹਾਂ 'ਚ ਜ਼ਿਆਦਾ ਟਰੈਕਟਰ ਖੜ੍ਹੇ ਸੀ। ਜਾਪਦਾ ਬਲਦਾਂ ਨੂੰ ਪਿੰਡੋਂ ਬਾਹਰ ਕੱਢਣ ਵੇਲੇ ਇਹ ਵੀ ਪਿੰਡ ਦੇ ਬਾਹਰ ਹੀ ਰੁਕ ਗਏ ਹੋਣਗੇ। ਪਿੰਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋਣ ਦੀ ਜ਼ਿੱਦ ਕਰਦਾ ਜੱਚਦਾ ਨਹੀਂ ਹੈ। ਪਿੰਡ ਅੰਦਰ ਰਹਿਣ ਦੇ ਜਿਵੇਂ ਉਦੇਸ਼ ਹੀ ਮੁੱਕ ਚੱਲੇ ਹੋਣ। ਇਹੋ ਜਿਹੇ ਪਿੰਡਾਂ 'ਚੋਂ ਬਾਹਰ ਨਿਕਲਦੇ ਟਰੈਕਟਰ ਅੰਦਰਲੇ ਵਾੜਿਆਂ 'ਚ ਜਿਵੇਂ ਘੁੱਟਣ ਮਹਿਸੂਸ ਕਰ ਰਹੇ ਹੋਣ। ਹੁਣੇ 2 ਟਰੈਕਟਰ ਟਰਾਲੀਆਂ ਸਮੇਤ ਲੰਘੇ, ਜਿਵੇਂ ਅੰਦਰੋਂ ਪਿੰਡ ਢੋ ਰਹੇ ਹੋਣ। ਉਹਨਾਂ ਨੂੰ ਲੰਘਾਉਣ ਲਈ ਸਾਨੂੰ ਬਾਕਾਇਦਾ ਇੱਕ ਪਾਸੇ ਹੋ ਕੇ ਖੜ੍ਹਨਾ ਪਿਆ ਸੀ। ਅਜਿਹੀਆਂ ਸ਼ਕਲਾਂ ਬਦਲਦੇ ਪਿੰਡਾਂ ਦੀ ਹੁਣ ਗਿਣਤੀ ਕਾਫੀ ਵੱਧ ਗਈ ਸੀ। ਕਈ ਵਾਰੀ ਜਾਪਦਾ ਪਿੰਡੋਂ ਨਿਕਲਿਆ ਇਹ ਪਿੰਡ ਦਾ ਹਿੱਸਾ ਬਾਹਰ ਤਾਂ ਦਮ ਮਾਰਨ ਲਈ ਰੁਕਿਆ ਹੈ, ਆਖਰ 'ਚ ਇਹਨੇ ਸ਼ਹਿਰ ਪਹੁੰਚ ਜਾਣਾ ਹੈ। ਅਸੀਂ ਅਕਸਰ ਅਜਿਹੇ ਘਰਾਂ 'ਚ ਰੋਟੀ ਚਾਹ ਪਾਣੀ ਲਈ ਰੁਕ ਜਾਂਦੇ ਹਾਂ। ਥੋੜ੍ਹੀ ਦੇਰ ਲਈ ਡਰੇ ਚਿਹਰੇ ਅਚਾਨਕ ਪਿੰਡੋਂ ਬਾਹਰ ਦੇ ਘਰਾਂ ਦੇ ਖਤਰਿਆਂ ਨੂੰ ਯਾਦ ਕਰਕੇ ਪਛਤਾਉਣ ਲੱਗ ਪੈਂਦੇ ਨੇ। ਜੀ ਜੱਦੀ ਘਰ ਤਾਂ ਸਾਡਾ ਵੀ ਪਿੰਡ ਮਾਈ ਤਾਂ, ਇਹ ਤਾਂ ਅਸੀਂ ਕਦੇ ਪੁੱਛਿਆ ਹੀ ਨਹੀਂ ਸੀ। ਘਾੜ ਦੇ ਅਖੀਰਲੇ ਪਿੰਡਾਂ 'ਚ ਵੀ ਇਹ ਬਦਲਾਅ ਸ਼ੁਰੂ ਹੋ ਚੁੱਕਿਆ ਸੀ। ਅੱਜ ਕੱਲ੍ਹ ਪਿੰਡ ਅਜਿਹਾ ਸਿੱਖਣ ਲਈ ਦੇਰ ਨਹੀਂ ਲਾਉਂਦਾ। ਅਸੀਂ ਪਿੰਡ ਦੇ ਬਹੁਤ ਨੇੜੇ ਪਹੁੰਚ ਗਏ ਸਾਂ। ਫਸਲਾਂ ਨੇ ਉਹਨੂੰ ਜਿਵੇਂ ਘੇਰ ਲਿਆ ਸੀ। ਨਿਆਈ 'ਚ ਆ ਕੇ ਪਿੰਡ ਉਂਝ ਹੀ ਰਸਤੇ ਦੇਣ ਲੱਗ ਪੈਂਦਾ। ਅਸੀਂ ਅਕਸਰ ਪਿੰਡ ਦੀ ਬਾਹਰਲੀ ਫਿਰਨੀ 'ਚੋਂ ਲੰਘਦੇ ਹਾਂ, ਪਰ ਸਾਨੂੰ ਰਾਹ ਹੀ ਨਹੀਂ ਸੀ ਮਿਲ ਰਿਹਾ। ਅਜਿਹੇ ਪਿੰਡ ਤੋਂ ਮੈਨੂੰ ਬਹੁਤ ਖਿਝ ਆਉਂਦੀ ਹੈ। ਜੇ ਕੋਈ ਇਸ ਵੇਲੇ ਮੈਨੂੰ ਮਿਲ ਜਾਂਦਾ ਤਾਂ ਮੈਂ ਮਨਜੀਤ ਵਾਂਗ ਪੁੱਛਦਾ, ਰਸਤੇ ਕਿੱਧਰ ਗਏ ਓਏ ਤੁਹਾਡੇ? ਪਰ ਅੱਜ ਮੇਰੇ ਪਿੱਛੇ ਭੈਣ ਆ ਰਹੀ ਸੀ। ਸਾਨੂੰ ਤੁਰਦਿਆਂ ਦੂਜੀ ਰਾਤ ਸੀ। ਪਿਛਲੀ ਰਾਤ ਭੈਣ ਨੇ ਕਿਹਾ ਸੀ ਅਸੀਂ ਇਹ ਨਹੀਂ ਝੱਲ ਸਕਦੀਆਂ। ਮੈਂ ਪਿੱਛੇ ਮੁੜ ਕੇ ਵੇਖਿਆ, ਉਹਦਾ ਮੇਰੇ ਵੱਲ ਕੋਈ ਧਿਆਨ ਹੀ ਨਹੀਂ ਸੀ। ਉਹ ਮੈਥੋਂ ਅੱਗੇ ਵੇਖ ਰਹੀ ਸੀ। ਅਸੀਂ ਲਗਭਗ ਪਿੰਡ ਦੇ ਵਿਚਕਾਰੋਂ ਲੰਘੇ। ਅਜਿਹੇ ਵੇਲੇ ਸਾਨੂੰ ਆਪਣੇ ਬਾਰੇ ਇੱਕ ਅਜਿਹਾ ਸ਼ੱਕ ਪੈਦਾ ਕਰਨੀ ਪੈਂਦੀ ਹੈ ਤਾਂ ਜੋ ਕੋਈ ਅਚਨਚੇਤੀ ਖਤਰਾ ਸਾਡੇ ਕੋਲ ਆਉਣ ਤੋਂ ਪਹਿਲਾਂ ਹੀ ਰੁਕ ਜਾਵੇ। ਮੈਂ ਅਸਾਲਟ ਦਾ ਥੱਲੇ ਵਾਲਾ ਹਿੱਸਾ ਨੰਗਾ ਕਰ ਲਿਆ ਸੀ। ਸਾਡੇ ਦੋਵਾਂ ਦੇ ਮੂੰਹ ਢਕੇ ਹੋਏ ਸਨ। ਪਹਿਲੀ ਚੇਤਾਵਨੀ ਲਈ ਇੰਨਾ ਹੀ ਕਾਫੀ ਸੀ। ਪਛਾਣ ਤੋਂ ਬਿਨਾਂ ਆਪਣੇ ਆਪ ਨੂੰ ਸ਼ੱਕੀ ਬਣਾ ਕੇ ਲੰਘਾਉਣਾ ਸਵੈ ਰੱਖਿਆ ਦੀ ਪਹਿਲੀ ਤੇ ਆਖਰੀ ਧਮਕੀ ਵਾਂਗ ਹੁੰਦਾ ਹੈ। ਅਜਿਹੇ ਵੇਲੇ ਚੌਕਸ ਤਾਂ ਰਹਿਣਾ ਹੀ ਪੈਂਦਾ। ਸਵੇਰ ਹਾਲੇ ਸ਼ੁਰੂ ਹੀ ਹੋਈ ਸੀ। ਅਸੀਂ ਪਿੰਡ ਦੇ ਬਾਕੀ ਬਚੇ ਵਾੜਿਆਂ ਕੋਲੋਂ ਲੰਘ ਰਹੇ ਸਾਂ। ਵਾੜੇ ਉਖੜੇ ਉਖੜੇ ਦਿਸ ਰਹੇ ਸਨ। ਜਾਪਦਾ ਅੰਦਰ ਕੋਈ ਹਲਚਲ ਹੋ ਰਹੀ ਹੈ। ਆਰਾਮ ਨਾਲ ਟਿਕੇ ਸੰਦਾਂ ਨੂੰ ਜਗ੍ਹਾ ਛੱਡਣ ਲਈ ਕਹਿ ਦਿੱਤਾ ਗਿਆ। ਉਂਝ ਵੀ ਵਾੜਿਆਂ 'ਚ ਉਸ ਤਰ੍ਹਾਂ ਦੀ ਰੌਣਕ ਨਹੀਂ ਸੀ। ਬਿਨਾਂ ਹਥਿਆਰਾਂ ਤੋਂ ਵੀ ਅਦਿੱਖ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਕਿਸੇ ਵੀ ਵਾੜੇ 'ਚ ਹੁਣ ਤੱਕ ਬਲਦਾਂ ਦੀ ਜੋੜੀ ਨਹੀਂ ਸੀ ਦਿਸੀ। ਡੰਗਰਾਂ ਦੀਆਂ ਸ਼ਕਲਾਂ ਵੀ ਪਹਿਲੀਆਂ ਵਰਗੀਆਂ ਨਹੀਂ ਸਨ।
ਚੱਪੀਆਂ ਦਾਤੀ ਸਿੰਗੀਆਂ ਫੁੱਲੀਆਂ ਦੀ ਜਗ੍ਹਾ ਕਾਲੀਆਂ ਸਿਆਹ ਮੈਸਾਂ ਸੁਸਤ ਜਿਹੀਆਂ ਖੜੀਆਂ ਸਨ। ਘਾੜ ਦੀਆਂ ਉੱਚੀਆਂ ਨੀਵੀਆਂ ਚਰਾਂਦਾਂ 'ਚ ਚੁਗਣ ਵਾਲੀਆਂ ਨੀਵੀਂ ਗੋਡੀ ਦੀਆਂ ਮੈਸਾਂ ਹੁਣ ਬਹੁਤ ਘੱਟ ਦਿਸਦੀਆਂ ਨੇ। ਅਖੀਰਲੇ ਵਾੜੇ 'ਚ ਬੁੜੇ ਬਲਦਾਂ ਦੀ ਇੱਕ ਜੋੜੀ ਟਰਾਲੀ ਨਾਲ ਬੰਨੀ ਦੇ ਸੀ। ਬਜ਼ੁਰਗ ਬਲਦਾਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਖੁਰਲੀ ਇੰਨੀ ਉੱਚੀ ਕਿਵੇਂ ਹੋ ਸਕਦੀ ਹੈ। ਮੰਜੇ 'ਤੇ ਬੈਠੇ ਬੁੱਢੇ ਨੇ ਇੱਕ ਵਾਰ ਸਾਡੇ ਵੱਲ ਤੱਕਿਆ, ਫਿਰ ਟਰਾਲੀ ਦੀ ਪਿੱਠ ਪਿੱਛੇ ਟੋਪ ਵਾਲੇ ਭਗਤ ਸਿੰਘ ਦੀ ਫੋਟੋ ਵੱਲ ਝਾਕਣ ਲੱਗਾ। ਮੈਂ ਹੈਰਾਨ ਸੀ, ਅਜਿਹੇ ਵੇਲੇ ਭੈਣ ਤਾਂ ਚੁੱਪ ਰਹਿੰਦੀ ਨਹੀਂ। ਉਹਨੇ ਬਾਬੇ ਨੂੰ ਹਾਕ ਮਾਰ ਲੈਣੀ ਸੀ। ਉਹ ਮੈਥੋਂ 4-5 ਕਦਮ ਪਿੱਛੇ ਰਹਿ ਗਈ ਸੀ। ਉਹ ਬਹੁਤ ਹੀ ਥੱਕ ਚੁੱਕੀ ਸੀ। ਮੈਂ ਖੜ ਕੇ ਉਹਨੂੰ ਆਪਣੇ ਨਾਲ ਰਲਾਇਆ। 2 ਬੰਦੇ ਸਾਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਲੰਘੇ। ਪਿੰਡ ਦੇ ਬਾਹਰ ਨਿਕਲ ਕੇ ਕਿਤੇ ਬੈਠਦੇ ਹਾਂ, ਭੈਣ ਦੀ ਥੱਕੀ ਆਵਾਜ਼ ਸੁਣੀ। ਮੈਂ ਵਾੜਿਆਂ 'ਚੋਂ ਬਾਹਰ ਨਿਕਲਦਾ ਕੋਈ ਖੇਤਾਂ ਵਿੱਚ ਦੀ ਲੰਘਦੀ ਪਹੀ ਲੱਭਣ ਲੱਗਾ, ਜਿਹੜੀ ਅਗਲੇ ਪਿੰਡ ਦਾ ਕੱਚਾ ਰਸਤਾ ਵਿਖਾ ਸਕੇ ਅਤੇ ਉਸ ਰਸਤੇ 'ਚ ਪੈਂਦੀ ਕੋਈ ਊਠ ਬੈਠਣ ਲਈ ਲੱਭ ਜਾਏ। ਪਿੰਡ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ। ਅਜਿਹਾ ਪਿੰਡ ਮੁੱਕਣ 'ਚ ਹੀ ਨਹੀਂ ਆਉਂਦਾ, ਬਸ ਥੋੜ੍ਹੀ ਦੂਰ ਜਾ ਕੇ ਫੇਰ ਘਰ ਆ ਜਾਂਦਾ। ਪਿੰਡ ਪਹਿਲਾਂ ਇਸੇ ਤਰ੍ਹਾਂ ਟੋਟਿਆਂ 'ਚ ਕਦੇ ਪਿੱਛਾ ਨਹੀਂ ਸੀ ਕਰਦਾ। ਘਰ ਇੱਕ ਦੂਜੇ ਨਾਲ ਜੁੜੇ ਦਿਸਦੇ ਸਨ। ਬਸ ਪਿੰਡ 'ਚੋਂ ਨਿਕਲਦੇ ਸਾਰ ਖੇਤ ਸ਼ੁਰੂ ਹੋ ਜਾਂਦੇ ਸੀ। ਚੁਫੇਰਾ ਫਸਲਾਂ ਨਾਲ ਭਰਿਆ ਪਿਆ ਸੀ। ਭੈਣ ਬਹੁਤ ਥੱਕ ਚੁੱਕੀ ਸੀ। ਬੜੀ ਮੁਸ਼ਕਿਲ ਨਾਲ ਅਸੀਂ ਘਰਾਂ ਤੋਂ ਪਿੱਛਾ ਛੁਡਾਇਆ। ਮੀਆਂਪੁਰ ਵਾਲੀ ਨਦੀ ਘੁੰਮਦੀ ਘੁਮਾਉਂਦੀ ਸਾਡੇ ਅੱਗੇ ਆ ਗਈ ਸੀ। ਅਸੀਂ ਚੁੱਪਚਾਪ ਨਦੀ ਪਾਰ ਕੀਤੀ। ਇਸ ਨਦੀ ਨੂੰ ਅਸੀਂ ਪਿਛਲੀ ਰਾਤ ਵੀ ਪਾਰ ਕੀਤਾ ਸੀ ਅਤੇ ਹੁਣ ਚਾਨਣ ਵਿੱਚ ਪਾਰ ਕਰ ਰਹੇ ਸਾਂ। ਖੜੀ ਨਦੀ ਦੇ ਇਕਾਂਤ ਵਿੱਚ ਉਹਦੀ ਢਲਾਣ ਨਹੀਂ ਸੀ ਦਿਸਦੀ। ਇਹ ਮੌਸਮੀ ਨਦੀਆਂ ਢਲਾਣ 'ਚ ਦਿਸਦੀਆਂ ਹੀ ਨਹੀਂ, ਪਰ ਇਹਨਾਂ ਉੱਪਰ ਵਗਦਾ ਪਾਣੀ ਬਹੁਤ ਤੇਜ਼ ਲੰਘਦਾ ਹੈ। ਵਗਦੇ ਪਾਣੀਆਂ ਨਾਲ ਰੇਤਾ ਨਿਖਰਿਆ ਪਿਆ ਸੀ। ਅੱਗੇ ਨਦੀ ਕੰਢੇ ਇੱਕ ਸੁੰਨਸਾਨ ਪਹੀ ਦਾ ਮੂੰਹ ਦਿਸਿਆ, ਜਿਵੇਂ ਘਾੜ 'ਚ ਹੁੰਦਾ। ਨਦੀ ਦੇ ਕੋਲ ਬਿਨਾਂ ਮਤਲਬ ਤੋਂ ਕੋਈ ਨਹੀਂ ਘੁੰਮਦਾ। ਹੁਣ ਅਸੀਂ ਕੁਛ ਦੇਰ ਇੱਥੇ ਬੈਠ ਸਕਦੇ ਸਾਂ। ਥੋੜ੍ਹਾ ਅੱਗੇ ਚੱਲ, ਝਾਂਜਰਾਂ ਵਾਲੇ ਖੂਹ ਕੋਲ। ਪਹਿਲਾਂ ਮੁੜਦੇ ਸਾਰੀ ਕੁੱਜੜਿਆ ਖੂਹ ਦਿਸਿਆ। ਭੈਣ ਜਾਂਦੀ ਸਾਰ ਉਹਦੇ ਨਾਲ ਪਈ ਵੱਡੀ ਸਾਰੀ ਨੜ 'ਤੇ ਜਾ ਬੈਠੀ। ਉਹਦੇ ਸਾਹਮਣੇ ਮੈਂ ਧਰਤੀ ਉੱਤੇ ਚੱਪਲ ਮਾਰ ਬੈਠ ਗਿਆ ਸਾਂ। ਖੂਹ ਦੀਆਂ ਮਣਾਂ ਤਿੜੀਆਂ ਹੋਈਆਂ ਸਨ, ਉਹਨਾਂ ਉੱਪਰ ਬੈਠਿਆ ਨਹੀਂ ਸੀ ਜਾ ਸਕਦਾ। ਥਕਾਵਟ ਨੇ ਸਾਨੂੰ ਚੁੱਪ ਕਰਾਤਾ ਸੀ। ਭੈਣ ਨੇ ਬੁੱਕਲ 'ਚੋਂ ਇੱਕ ਕੱਢ ਪੱਥਰ ਉੱਤੇ ਵਿਹਲੀ ਜਗ੍ਹਾ ਟਿਕਾ ਦਿੱਤੀ, ਕਿਉਂਕਿ ਨਦੀ ਕੋਲ ਆ ਕੇ ਖੇਤ ਮੁੱਕ ਜਾਂਦੇ, ਇਸ ਕਰਕੇ ਇੱਧਰ ਕੋਈ ਆਵਾਜਾਈ ਨਹੀਂ ਸੀ। ਹੱਲਿਆਂ 'ਚ ਖੂਹ ਕੁਆਰੀਆਂ ਨੇ ਭਰ ਦਿੱਤਾ ਤਾਂ ਮੈਂ ਅਜਿਹੀ ਕਿਸੇ ਗੱਲ ਲਈ ਤਿਆਰ ਨਹੀਂ ਸਾਂ। ਰਾਖਸਾਂ ਨੇ ਜਦ ਛਾਲਾਂ ਮਾਰਦੀਆਂ ਕੁੜੀਆਂ ਦੀ ਗਿਣਤੀ ਕਰਨੀ ਚਾਹੀ, ਫਿਰ ਉਹ ਚੰਦਰੀਆਂ ਜੋੜੀਆਂ 'ਚ ਡਿੱਗਣ ਲੱਗੀਆਂ। ਭੈਣ ਖੂਹ ਦੀ ਮੌਣ ਵੱਲ ਵੇਖ ਰਹੀ ਸੀ, ਜੋ ਕਾਫੀ ਉੱਚੀ ਸੀ। ਇੱਕ ਕਦਮ ਉੱਪਰ ਚੁੱਕਦੇ ਹੀ ਅੰਦਰ ਡਿੱਗਿਆ ਜਾ ਸਕਦਾ ਸੀ। ਉਹਨੇ ਆਪਣੀ ਨਜ਼ਰ ਹਾਲੇ ਤੱਕ ਨਹੀਂ ਸੀ ਉਠਾਈ। ਕੋਈ ਇੱਕ ਜੇ ਮੈਨੂੰ ਆ ਕੇ ਦੇਖ ਜਾਵੇ। ਭੈਣ, ਹੁਣ ਤੇਰੇ ਕੋਲ ਵੀਰ ਬੈਠਾ ਹੈ, ਉਹਨਾਂ ਕੋਲ ਕੋਈ ਵੀਰ ਨਹੀਂ ਹੋਣਾ। ਪਹਿਲਾਂ ਵੀਰ ਹੀ ਖਤਮ ਕਰੇ ਚੰਦਰਿਆਂ ਨੇ। ਉਹਨੇ ਏਕੇ ਚੁੱਕੀ ਅਤੇ ਅੰਦਰ ਵੱਲ ਫਾਇਰ ਕਰ ਦਿੱਤਾ। ਇੱਕ ਅਜੀਬ ਜਿਹੀ ਆਵਾਜ਼ ਆਈ। ਖੂਹ 'ਚੋਂ ਗੋਲੀ ਦੀ ਮੁੜਦੀ ਆਵਾਜ਼ ਮੈਂ ਪਹਿਲੀ ਵਾਰ ਸੁਣੀ ਸੀ। ਇੱਕ ਹੀ ਧਮਾਕਾ ਕਈ ਵਾਰ ਖੜਕਿਆ। ਅਜਿਹੀ ਹਰਕਤ ਤੋਂ ਅਸੀਂ ਨਾਲ ਵਾਲੇ ਨਾਲ ਬਹੁਤ ਨਾਰਾਜ਼ ਹੁੰਦੇ ਸੀ। ਅਜਿਹਾ ਨੇੜੇ ਤੇੜੇ ਦੇ ਦੁਸ਼ਮਣ ਨੂੰ ਸਿੱਧਾ ਚੌਕਸ ਕਰਨ ਦਾ ਸੱਦਾ ਸੀ। ਪਰ ਜਦ ਮੈਂ ਭੈਣ ਵੱਲ ਵੇਖਿਆ, ਹੱਸ ਰਹੀ ਸੀ। ਅੱਜ 42 ਸਾਲ ਬਾਅਦ ਭੈਣਾਂ ਨੂੰ ਉਠਾਇਆ। ਉਠੋ, ਬਲਵੰਤ ਆਈ ਹੈ। ਭੈਣ ਦੇ ਪਿੰਡੇ ਦੀ ਥਕਾਵਟ ਜਿਵੇਂ ਕਿਤੇ ਖਿਸਕ ਗਈ ਹੋਵੇ। ਜਦੋਂ ਦੁਬਾਰਾ ਪੱਥਰ ਉੱਤੇ ਜਾ ਕੇ ਬੈਠੀ ਤਾਂ ਮੈਨੂੰ ਐਵੇਂ ਇਸ਼ਾਰਾ ਕੀਤਾ ਜਿਵੇਂ ਪਿੱਠ ਪਿੱਛੇ ਕੋਈ ਆ ਰਿਹਾ ਹੋਵੇ। ਖੂਹ ਕਿੰਨੀ ਪਿੱਠ ਕਰਕੇ ਨਾ ਬੈਠ, ਉਹੀ ਪੁਰਾਣਾ ਠਹਾਕਾ ਜੋ ਜਿੰਦਾ ਦਿਲੀ ਵੇਲੇ ਅਕਸਰ ਸੁਣਦਾ। ਕਿਆ ਪਤਾ ਕੋਈ ਭੈਣ ਖੂਹ 'ਚੋਂ ਨਿਕਲ ਹੀ ਆਵੇ। ਪਤਾ ਨਹੀਂ ਕਿਉਂ ਮੈਂ ਇੰਨੀ ਛੇਤੀ ਕਹਾ ਮੰਨ ਲਿਆ ਸੀ। ਮੈਂ ਵੀ ਉਸੇ ਨੜ 'ਤੇ ਭੈਣ ਦੇ ਬਰਾਬਰ ਜਾ ਬੈਠਿਆ ਸਾਂ। ਏਕੇ ਭੈਣ ਨੇ ਗੋਦੀ 'ਚ ਹੀ ਰੱਖੀ। ਅਸੀਂ ਦੋਵੇਂ ਸੁੱਕੇ ਖੂਹ ਵੱਲੋਂ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਕੁਛ ਦੇਰ ਲਈ ਚੁਫੇਰਿਓ ਹੋਰ ਦੁਸ਼ਮਣਾਂ ਦੀ ਯਾਦ ਹੀ ਭੁੱਲ ਗਈ ਸੀ। ਕਿੰਨੇ ਦਿਨਾਂ ਬਾਅਦ ਮੈਨੂੰ ਇੱਕ ਮਖੌਲ ਸੁੱਝਿਆ। ਜੇ ਸੁੱਝ ਵੀ ਜਾਵੇ ਤਾਂ ਮੈਂ ਉਹਨੂੰ ਬੋਲਦਾ ਨਹੀਂ ਹੁੰਦਾ। ਭੈਣ ਥੋੜ੍ਹਾ ਮੁਸਕਰਾਈ ਜਦੋਂ ਮੈਂ ਪੁੱਛਿਆ, ਜੇ ਭਲਾ ਕਿਸੇ ਭੈਣ ਦੀ ਗੋਲੀ ਲੱਗ ਜਾਂਦੀ? ਮੈਂ ਉਹਨਾਂ ਉੱਤੇ ਥੋੜ੍ਹੀ ਫਾਇਰ ਕਰਿਆ। ਇਸ ਵਾਰੀ ਉਹ ਹੱਸੀ ਨਹੀਂ, ਫਿਰ ਮੇਰੇ ਵੱਲ ਹੈਰਾਨੀ ਨਾਲ ਘੁੰਮੀ। ਜਦ ਕਿਸੇ ਨੂੰ ਮਾਰਨ ਨੂੰ ਜੀ ਕਰੇ, ਇਸ ਤਰ੍ਹਾਂ ਖਾਲੀ ਜਗ੍ਹਾ 'ਚ ਦੀ ਗੋਲੀ ਕੱਢ ਦਿਆ ਕਰੋ। ਉਹਨੇ ਮੇਰੇ ਵੱਲ ਲੋੜ ਤੋਂ ਜ਼ਿਆਦਾ ਦੇਰ ਤੱਕ ਤੱਕਿਆ। ਆਖਰ ਮੈਂ ਉੱਠ ਕੇ ਖੜ੍ਹਾ ਹੋ ਗਿਆ ਸਾਂ। ਕਦੇ ਕਦੇ ਕੋਈ ਸਮਾਂ ਅਜਿਹਾ ਹੁੰਦਾ ਹੈ ਜਦੋਂ ਸਮਾਂ ਲੰਘਾਉਣ ਲਈ ਗੱਲ ਸ਼ੁਰੂ ਹੀ ਨਹੀਂ ਕੀਤੀ ਜਾ ਸਕਦੀ। ਅਜਿਹੇ ਵੇਲੇ ਸਾਰੀਆਂ ਡੋਰਾਂ ਸਮੇਂ ਉੱਤੇ ਹੀ ਛੱਡਣੀਆਂ ਪੈਂਦੀਆਂ ਨੇ। ਉਹ ਬੀਤ ਕੇ ਆਪੇ ਥੱਕ ਜਾਂਦਾ ਹੈ। ਧੰਨਵਾਦ। ਚੱਲਦਾ।